देख रहे हैं प्रोग्राम जुर्म के बाद और मैं हूं आपकी मेज़बान सोनिया खान। कसूर थाना इलाहाबाद की हदूद में हम इस वक्त मौजूद हैं। मेरे अक्का में जो आपको घर नज़र आ रहा है लेफ़्ट साइड पर, ये मुजम्मिल बरीरा का घर है, जो कि 22 साल बड़ी खूबसूरत बच्ची है, सेकेंड ईयर की स्टूडेंट है। लेफ़्ट साइड पे घर है आमिर का, जो कि बरीरा का पड़ोसी है, दोस्त है। आज से कुछ अर्सा कबल दोनों की दोस्ती होती है और मामलात इस हद तक पहुंच जाते हैं, मुलाकातें होती हैं और इन मुलाकातों में तस्वीर बनती हैं, वीडियोस बनती हैं और फिर उन्हीं वीडियोस और उन्हीं तस्वीर को लेकर थ्रेट किया जाता है, ब्लैकमेल किया जाता है, पैसे वसूल किए जाते हैं, जेवर वसूल किया जाता है और फिर इससे भी इन तमाम चीज़ों से जब जी नहीं भरता तो इस नौबत पर पहुंचा दिया जाता है कि वो अपनी जान दे दे। जान किस तरह दी उसने, आइए जायब कुआ की जानिब बढ़ते हैं और आपको दिखाते हैं वो कमरा जहां पर 22 साला बरीरा ने वीडियो कॉल के दौरान, यानी आमिर के साथ इसकी वीडियो कॉल चल रही थी और इसी वीडियो कॉल के दौरान इसने अपनी जान दी। यानी वो सफाक मुलजिम ये सारी चीज़ें अपनी आंखों से देखता रहा, उसकी बेबसी को, उसकी मजबूरी को और किस कदर उसे नोचता रहा और फिर उसे मौत के मुंह में पहुंचाने में क्या किरदार अदा किया, ये सारी तफसीलात फैमिली से जानेंगे। मुजम्मिल की वालदा मेरे साथ इस वक्त मौजूद है। इनकी क्या कैफियत है मैं बयान नहीं कर सकती। हौसले से, हिम्मत से, आप बड़ी बहादुर माँ हैं। आपने बेटी का केस लड़ना है, बेटी के हक के लिए आवाज़ उठानी है ना। इंशाल्लाह मेरा अल्लाह मेरी मदद करेगा, मेरा अल्लाह मेरी मदद करेगा। क्या नाम था बेटी का पूरा नाम? मुजम्मिल बरीरा। मुजम्मिल बरीरा। हाँ जी, मैं बिल्ली बिल्ली सादी से। बिल्ली कहती थी? हाँ बिल्ली, प्यार से? प्यार से ਇਹਨਾਂ ਦਾ ਬੂ ਵੀ ਕਹਿੰਦਾ ਸੀ ਬਿੱਲੀ ਮੇਰੀ ਬਰੀਰਾ ਸੀ। ਮੇਰੀ ਬੜੀ ਪਿਆਰੀ ਬੇਟੀ ਸੀ, ਬੱਚੀਆਂ ਪੜ੍ਹਦੀਆਂ ਸੀ ਸਾਥ, ਉਹਨਾਂ ਨੇ ਵਰਕ ਲਾਇਆ ਮੇਰੀ ਬੱਚੀ ਨੂੰ। कितनी बेटियां आपकी? 6 बेटियां में 6 बेटियां हैं, एक बेटा। एक बेटा है। बरीरा सबसे छोटी थी? मुजम्मिल छोटी तो बड़ी सी, छोटी से बड़ी। 5वें नंबर वाली सी। कितनी उम्र थी? 19-20 साल ਦੇ ਨੇੜੇ ਸੀ ਬੇਟਾ। ਹੁਣ ਮੇਰੇ ਸਾਹ 'ਚ ਇੰਨੇ ਕੁ ਉਮਰ ਹੋਈ ਚਲੀ। 19 से 20 साल। ਹਾਂ ਬੇਟਾ। ठीक है। ਤੇ कौन सी क्लास में पढ़ती थी? 12 ਮੁਕੰਮਲ ਹੋ ਗਈਆਂ ਸੀ ਬੇਟਾ। ਹੁਣ ਡਰਦੀ ਨਹੀਂ ਜਾਂਦੀ ਸੀ ਅੱਗੇ। डरती थी? ਡਰਦੀ ਸੀ, ਬਹੁਤ ਤੰਗ ਕਰਦਾ ਸੀ ਬੇਟਾ। ਉਹਦੀ ਨਾ ਵੀਡੀਓ ਬਣਾ ਲਈਆਂ ਸੂ, ਚਾਸਾ ਦਿੱਤੀ ਰੱਖਿਆ ਸੂ ਨਿਕਾਹ ਦਾ। ਨਿਕਾਹ ਦੇ ਬਾਰੇ 'ਚ ਉੱਚੀ ਲਈ ਇਹਦੇ ਨਾਲ ਗੱਲਾਂ ਬਾਤਾਂ ਕਰਦੀ ਪਈ ਸੀ। कौन सी है मुंडा? किस तरह घर तक पहुंचा? ਆਮ ਵਰਸੀ ਤੇ ਉਹਨਾਂ ਭੈਣਾਂ ਦੇ ਜ਼ਰੀਏ ਪਹੁੰਚਿਆ ਬੇਟਾ। ਭੈਣਾਂ ਆਪਣੀਆਂ ਭੈਣਾਂ ਦੇ ਆਪਣੀਆਂ ਭੈਣਾਂ ਦੇ ਜ਼ਰੀਏ। ਇੱਕ ਐਡੀ ਸਾਰੀ, ਇੱਕ ਹੁੰਦੇ ਤੋਂ ਵੱਡੀ ਸਾਰੀ ਸੀ। ਭੈਣਾਂ ਦੋਸਤਾਂ ਸਨ ਮੁਜ਼ੰਮਿਲ ਦੀਆਂ? ਹਾਂ ਇੱਧਰ ਦੋਸਤਾਂ ਬਣੀਆਂ ਸੀ, ਸਾਰੀ ਦਿਹਾੜੀ ਬੱਚੀਆਂ ਆਈਆਂ ਜਾਂਦੀਆਂ ਮੇਰੇ ਕੋਲ ਹੀ ਖੇਡਦੀਆਂ ਸਨ ਇੱਥੇ। ਮੈਂ ਆਪਣੀਆਂ ਬੱਚੀਆਂ ਨਹੀਂ ਜਾਣ ਦਿੰਦੀਆਂ, ਸਕੂਲ ਇਕੱਠੀਆਂ ਪੜ੍ਹਦੀਆਂ ਸੀ, ਉਹਨਾਂ ਦੀਆਂ ਬੱਚੀਆਂ ਵੀ ਸਾਡੀਆਂ ਵੀ। ਤੇ ਬਸ ਉੱਥੋਂ ਹੀ ਉਹ ਕੋਈ ਗੱਲ ਬਣ ਗਈ ਬੇਟਾ। ਥੋੜ੍ਹੇ ਦਿਨਾਂ ਤੋਂ ਮੈਨੂੰ ਪਤਾ ਚੱਲਿਆ, ਜਦੋਂ ਚੀਜ਼ਾਂ ਗੁੰਮ ਹੋਣ ਲੱਗੀਆਂ ਤੇ ਮੇਰੀ ਬੇਟੀ ਪਰੇਸ਼ਾਨ ਰਹਿਣ ਲੱਗੀ ਬੜੀ ਸਾਰੀ। ਮੈਂ ਆਖਿਆ ਮੇਰੀ ਬੱਚੀ ਕਿਉਂ ਪਰੇਸ਼ਾਨ ਰਹਿੰਦੀ? ਚੀਜ਼ਾਂ ਗੁੰਮ ਹੋਈਆਂ ਸਨ? ਬੇਟੀ ਦੇ ਕਾਂਟੇ ਗੁੰਮ ਹੋ ਗਏ, ਇਸ ਤਰ੍ਹਾਂ ਪੈਸੇ ਗੁੰਮ ਹੋਣੇ ਲੱਗੇ। ਅਸੀਂ ਬੇਟਾ ਤਾਲਾ ਨਹੀਂ ਕਦੇ ਲਾਇਆ ਪੈਸਿਆਂ ਨੂੰ। ਮੇਰੇ ਬੱਚਿਆਂ ਨੂੰ ਆਦਤ ਨਹੀਂ ਹੈਗੀ ਚੀਜ਼ਾਂ ਚੁੱਕਣ ਦੀ, ਨਾ ਮੇਰੇ ਘਰ ਕੋਈ ਉਸ ਤਰ੍ਹਾਂ ਕੋ ਆਵੇ ਜਾਵੇ। ਮੇਰੇ ਘਰ 'ਚ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ, ਕਿਸੇ ਨੂੰ ਭੈਣਾਂ ਭਰਾਵਾਂ ਦੇ ਵਿੱਚੋਂ ਵੀ ਕੋਈ ਆਵਣ। ਕਿਉਂ ਇਹਨਾਂ ਦਾ ਬੁਖਾਰ ਜੋ ਨਹੀਂ ਰਹਿੰਦਾ ਤੇ ਭਾਈ ਵੀ ਚਲਾ ਜਾਂਦਾ ਕੰਮ ਤੇ ਮੈਂ ਇਸੇ ਪਾਸੋਂ ਕਿਸੇ ਨੂੰ ਘਰ ਨਹੀਂ ਆਵਣ ਦਿੰਦੀ ਸਾਂ ਦੀ। ਉਹਨਾਂ ਪੁੱਤਰ ਖਰੇ ਕੀ ਵਰਕ ਲਾਇਆ, ਇੱਥੋਂ ਤੱਕ ਗੱਲ ਪਹੁੰਚ ਗਈ ਜਿੱਥੇ ਕਾਂਟਿਆਂ ਦੀ ਗੱਲ ਪੁੱਛੀ ਤੇ ਪੁੱਤੀ ਪਰੇਸ਼ਾਨ ਹੋ ਗਈ। ਆਂਦੀ ਅੰਮੀ ਅੰਦਰ ਰੱਖਿਆ ਸੀ, ਅੰਮੀ ਇੱਥੇ ਰੱਖੇ। ਇੱਕ ਦਿਨ ਫਿਰ ਫੋਨ ਤੇ ਬਸ ਗੱਲਾਂ ਹੋਈਆਂ ਪਈਆਂ ਸੀ। ਮੈਂ ਚੋਰੀ ਖੋ ਤੇ ਫੋਨ ਸੁਣਿਆ। ਬੜੀ ਪਰੇਸ਼ਾਨ ਹੋਈ ਜਾਂਦੀ ਸੀ, ਮਿੰਨਤਾਂ ਕੀਤੀ ਜਾਂਦੀ ਸੀ, ਮੇਰੇ ਕੋਲ ਪੈਸੇ ਨਹੀਂ ਹੈਗੇ। ਮੈਂ ਆਖਿਆ ਖਰੇ ਕਿਹਨੂੰ ਕਹਿੰਦੀ ਪਈ। ਮੈਂ ਫਿਰ ਅੱਖਾਂ ਹੋ ਗਈ। ਮੈਂ ਕਿਹਾ ਬੇਟਾ ਕਿਹਦੇ ਨਾਲ ਹੈ? ਆਂਦੀ ਮੈਂ ਆਪੀ ਨਾਲ ਗੱਲਾਂ ਕਰਦੀ ਪਈ ਹਾਂ। ਮੈਂ ਆਪੀ ਨੂੰ ਪੈਸੇ ਚਾਹੀਦੇ ਸੀ, ਮੈਨੂੰ ਮੰਗ ਲੈਂਦੀ। ਮੈਂ ਕਿਹਾ ਲੈ ਮੇਰੇ ਮੋਬਾਈਲ 'ਚ ਕਿਹਨਾਂ ਨੂੰ ਕਰਦੇ? ਆਂਦੀ ਨਹੀਂ ਅੰਮੀ, ਉਹ ਮੈਂ ਅੰਮੀ ਨੂੰ ਉਹਨੂੰ ਕਹਿ ਦਿੱਤਾ ਵੀ ਮੇਰੇ ਫਸ ਨਹੀਂ ਹੈਗੇ, ਅਸੀਂ ਭੈਣਾਂ ਇੱਕ ਦੂਸਰੇ ਨਾਲ ਕਰ ਲਈਦਾ। ਮੈਂ ਚੁੱਪ ਕਰ ਗਈ ਬੇਟਾ।
ਫਿਰ ਮੈਂ ਵੱਡੀ ਤੁਹਾਨੂੰ ਭੈਣ ਨਹੀਂ ਪਤਾ ਸੀ? ਨਹੀਂ ਬੇਟਾ, ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਬੇਟਾ। ਮੈਂ ਫਿਰ ਉਹਨੂੰ ਡਾਕਟਰ ਕੋਲ ਲੈ ਕੇ ਗਈ ਆ ਬੇਟਾ। ਇੱਕ ਦਫਾ ਗਈਆਂ, ਫਿਰ ਜੂਏ ਵਾਲੇ ਦਿਨ ਫਿਰ ਲੈ ਗਈਆਂ ਕਸੂਰ। ਉੱਥੇ ਉਹਨੇ ਡਾਕਟਰ ਨੇ ਚੈੱਕ ਕੀਤਾ, ਉਹਨੇ ਪੁੱਛਿਆ ਬੇਟਾ ਆਪका वजन 2 किलो कम हो गया है। तो मेरे देवे लगा जिवें दिल ही निकल गया। मैं है बेटा दूध भी लैके देंदी हूँ, चुआ के लियानी है 5 किलो। हर चीज़ खुली पुत्तर, इन्हों का बूता इन्हों ये 5 मंगन तो इन्होंने 10 देता है। पता नहीं बेटा इनू की हुंदा जांदा, कुछ समझ नहीं आती। ਉਹ ਆਂਦਾ ਸੀ ਬੇਟਾ ਮੈਨੂੰ ਦੱਸੋ ਆਪਕੋ ਕੀ ਮਸਲਾ। ਆਂਦੀ ਸੀ ਬਸ ਇੰਨਾ ਕੁਛ ਹੁੰਦਾ, ਮੈਨੂੰ ਮੇਰੇ ਦਿਲ ਨੂੰ ਖੁਸ਼ ਹੁੰਦਾ, ਮੈਨੂੰ ਨੀਂਦ ਨਹੀਂ ਆਉਂਦੀ, ਮੇਰਾ ਦਿਮਾਗ ਚੱਲਦਾ ਰਹਿੰਦਾ, ਮੇਰੀਆਂ ਅੱਖਾਂ ਬੰਦ ਹੁੰਦੀਆਂ। ਫਿਰ ਮੈਂ ਆ ਕੇ ਦਵਾਈ ਲੈ ਕੇ ਦਿੱਤੀ, ਦਵਾਈ ਖਾਧੀ ਸੂ ਤੇ ਮੈਂ ਕਿਹਾ ਰੋਜ਼ੇ ਆਉਂਦੇ ਪਏ ਨੇ ਪੁੱਤਰ, ਮੇਰੀ ਅੱਖ ਬਣੀ, ਮੈਂ ਚੈੱਕ ਕਰਾਵਾਂ ਧੀਏ। ਮੇਰੇ ਨਾਲ ਚੱਲਦੀ ਰਹਿੰਦੀ, ਨਹੀਂ ਅਮੀ ਮੈਨੂੰ ਥੋੜਾ ਜਿਹਾ ਸਕੂਨ ਹੈ, ਮੈਂ ਨਹੀਂ ਜਾਂਦੀ। ਅੱਲਾ ਜਾਣਦਾ ਉਹਨੇ ਕੀ ਇਹਨੂੰ ਆਖਿਆ ਹੀ ਤੇ ਨਹੀਂ ਗਈ ਮੇਰੇ ਨਾਲ। ਪਿੱਛੋਂ ਪੁੱਤਰ ਉਹਨੇ ਖਰੇ ਕਿੰਨਾ ਟੋਰਚਰ ਕੀਤਾ ਹੀ। ਮੇਰੀ ਧੀ ਬਹਿ ਲੱਗ ਗਈ, ਮੋਬਾਈਲ 'ਚ ਵੇਂਦਾ ਪਿਆ ਹੈ ਪੁੱਤਰ, ਮੋਬਾਈਲ ਚੱਲਦਾ ਪਿਆ ਹੈ, ਰੋਕ ਨਹੀਂ ਸਕਦਾ ਸੀ। ਰੋਕਿਆ ਨਹੀਂ, ਨਾਲ ਘਰ ਸੀ ਬੇਟਾ, ਦਰਵਾਜ਼ਾ ਹੀ ਖੜਕਾ ਦਿੰਦਾ। ਉਹਨੇ ਤਾਂ ਪੁੱਤਰ ਜਾਨ ਲੈਣੀ ਸੀ ਮੇਰੀ ਧੀ ਦੀ। ਕਿੰਨੇ ਅਰਸੇ ਤੋਂ ਬਲੈਕਮੇਲ ਕਰ ਰਿਹਾ ਸੀ? ਮੈਨੂੰ ਪੁੱਤਰ 2-3 ਮਹੀਨਿਆਂ ਦੇ ਅੰਦਰ ਅੰਦਰ ਪਤਾ ਚੱਲਿਆ ਤੇ ਮੈਂ ਉਹਦੇ ਪਿਓ ਦੀਆਂ ਬੜੀਆਂ ਮਿੰਤਾਂ ਕੀਤੀਆਂ। ਫਿਰ ਜੇ ਤੇਰਾ ਪੁੱਤਰ ਰਾਜ਼ੀ ਇੰਨਾ ਤੰਗ ਕਰਦਾ ਪਿਆ ਤੇ ਤੁਸੀਂ ਨਿਕਾਲ ਲੈ ਲਓ। ਆਦਾ ਮੇਰਾ ਬਲਾਦਰੀ 'ਚ ਨਹੀਂ ਹੋਣਾ, ਤੁਸੀਂ ਵੱਟੂ 'ਚ ਤੇ ਮਿਸਤਰੀ 'ਚ ਤੇ ਅਸੀਂ ਮਿਆਊਆਂ ਤੇ ਸਾਡੇ 'ਚ ਨਹੀਂ ਕਰਦੇ। ਮੈਂ ਫਿਰ ਆਪਦਾ ਪੁੱਤਰ ਰੋਕ ਤੇ ਉਹਨੇ ਨਹੀਂ ਰੋਕਿਆ। किसी की बेटी की इज्जत को पामाल करते वक्त जात पात नहीं नजर आई? उस वक्त जात नहीं नजर आई जब किसी की बेटी की इज्जत को तार तार कर रहा था? उस वक्त बाप की गैरत कहाँ गई? ਮਾਂ ਜੀ ਕਦੀ ਰਿਸ਼ਤੇ ਲਈ ਤੁਸੀਂ ਕਿਹਾ, ਉਹਨਾਂ ਨੇ ਕਦੀ ਵੀ ਨਹੀਂ ਕਿਹਾ ਸੀ? ਨਹੀਂ ਪੁੱਤਰ, ਮੈਂ ਉਹਦੀ ਮਾਂ ਨੂੰ ਜਦ ਕਿਹਾ। बेबस लाचार तकलीफ से मारी माँ, जवान बेटी को जब देखा होगा इस हालत में तो माँ की कैफियत ये होती है। ਮੇਰੇ ਬੇਟੇ ਨੂੰ 4 ਦਿਨ ਹੋ ਗਏ ਸੀ ਉੱਥੇ ਗਏ ਨੂੰ, ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਉਹਦੇ ਮਗਰ ਗਿਆ ਸੀ। ਮੈਂ ਕਿਹਾ ਪੁੱਤਰ ਮੈਂ ਆਣੀ ਆ ਸਵੇਰੇ ਤੇ ਫਿਰ ਮੇਰੇ ਨਾਲ ਹੀ ਆਵੀਂ। ਆਂਦਾ ਸੀ ਅੰਮੀ ਤੇਰੀ ਇੱਕ ਆਖੇ ਇਕੱਲੀ ਨਾ ਆਵੀਂ, ਮੇਰੀਆਂ ਭੈਣਾਂ ਨਾਲ ਲਈ ਆ। ਮੈਂ ਕਿਹਾ ਪੁੱਤਰ ਤੇਰੀ ਭੈਣ ਨਹੀਂ ਨਾਲ, ਤੂੰ ਆ ਜਾ, ਮੈਂ ਤੈਨੂੰ ਠੋਕਰ ਤੋਂ ਲੈ ਲਾ। बेटा लाहौर रहता है? ਲਾਹੌਰ ਗਿਆ ਹੋਇਆ ਸੀ ਪੁੱਤਰ ਕੰਮ ਕਰਾਉਣਾ। बेटे को बताया था ये मामला चल रहे हैं, ये चीजें चल रही हैं, घर में ये परेशानी चल रही है? ਨਹੀਂ ਪੁੱਤਰ ਉਹ ਤਾਂ ਨਹੀਂ ਬਤਾਇਆ ਸੀ। ਜਦੋਂ ਉਹਨੇ ਇੱਥੋਂ ਮੋਬਾਈਲ ਫੜਾਇਆ ਸੀ ਨਾ, ਉਧਰ ਮੇਰਾ ਪੁੱਤਰ ਮਗਰ ਭੱਜਿਆ ਸੀ। ਫਿਰ ਮੈਂ ਆਪਦੇ ਪੁੱਤਰ ਦੇ ਪੈਰੀ ਡਿੱਗ ਪਈ ਸਾਂ। ਪੁੱਤਰ ਤੂੰ ਮੇਰਾ ਇੱਕ ਪੁੱਤਰ ਹੈ, ਮੈਂ ਰੋਕ ਲਾਂਦੀ। ਪੁੱਤਰ ਕੋ ਕਦਮ ਨਾ ਉਠਾਵੀਂ, ਤੈਨੂੰ ਕੁਝ ਹੋ ਗਿਆ ਮੈਂ ਕਿੱਧਰ ਚਲੀ ਜਾਂਦੀ। ਮੇਰੇ 3 ਬੇਟੇ ਪਹਿਲੇ ਫੌਤ ਹੋ ਗਏ ਸੀ, 10 ਸਾਲਾਂ ਦਾ, ਕੋ 5 ਸਾਲਾਂ ਦਾ। ਮੇਰੀ ਇੱਕ ਜਿੰਦ ਸੀ, ਮੈਨੂੰ ਬਚਾਉਂਦੀ ਸਾਂ। ਮੈਂ ਉਹਨਾਂ ਦੀਆਂ ਮਿੰਤਾਂ ਕਰਦੀ ਸਾਂ ਜੀ, ਭਾਈ ਛੰਮੇ ਕਾ ਮੇਰੇ ਨਾਲ ਐਵੇਂ ਨਾ ਕਰ, ਇਹਨੂੰ ਮਨਾ ਕਰ। घर में बाकी सारी बेटियों को बताया था कि ये परेशानी चल रही है, ये मसला चल रहा है, हम इसमें से कैसे निकलें? हम बेबस लाचार होके उनकी मिन्नतें तरले ਉਹਨਾਂ ਦੀ करते हैं। ਮਿੰਤਾਂ ਕਰਦੇ ਨਹੀਂ। ਵੱਡੀ ਬੇਟੀ ਨੂੰ ਜ਼ਰੂਰ ਕਲਾਇਆ ਸੀ, ਉਹਨੂੰ ਕਿਹਾ ਸੀ ਪੁੱਤਰ फिर बेटियां ਦੇ ਮਾਮਲਾਤ ਵੀ ਬੜੇ ਇਸ ਤਰ੍ਹਾਂ ਦੇ ਹੁੰਦੇ ਨੇ, ਬੰਦਾ ਕਿਸੇ ਨਾਲ ਨਹੀਂ ਨਹੀਂ ਕਰ ਸਕਦੀ ਪੁੱਤਰ ਮੈਂ ਕਿਸੇ ਨਾਲ ਵੀ। ਨਾਲ ਨਹੀਂ ਕਰ ਮੇਰੇ ਦੇਵਰ ਵੀ ਇੱਥੇ ਸੀ ਨਾ, ਮੇਰੀ ਨੰਦ ਵੀ ਇੱਥੇ। ਫਿਰ ਮੈਂ ਬੜਾ ਲਕਾਉਂਦੀ ਸਾਂ, ਮੈਂ ਆਂਦੀ ਸਾਂ ਵੀ ਨਹੀਂ ਮੇਰਾ ਬੰਦਾ ਪਰੇਸ਼ਾਨ ਨਾ ਹੋਵੇ, ਪ੍ਰਦੇਸ਼ 'ਚ ਰਹਿੰਦਾ ਹੈ, ਉਹ ਵੀ ਸ਼ੂਗਰ ਦਾ ਮਰੀਜ਼ ਹੈ। ਉਹ ਜੋ ਆਇਆ ਤੇ ਮੈਂ ਚਾਹੁੰਦੀ ਅੱਲਾ ਦਾ ਬਚਿਆ ਆ ਕੰਧ ਉੱਚੀ ਕਰ ਦੇ, ਮੈਨੂੰ ਡਰ ਲੱਗਦਾ ਹੀ, ਮੈਨੂੰ ਡਰ ਲੱਗਦਾ ਹੀ। ਔਰ ਜਿੱਥੇ ਤੂੰ ਰਹਿਣਾ ਸਾਨੂੰ ਉੱਥੇ ਲੈ ਜਾ, ਮੈਂ ਉਹਨੂੰ ਇਹ ਆਂਦੀ ਸਾਂ। ਮੁਜ਼ੱਮਿਲ ਨੇ ਫਿਰ ਆਪ ਦੱਸਿਆ ਸੀ ਫਿਰ ਮੰਮਾ ਦੱਸਿਆ ਮੈਨੂੰ ਤੰਗ ਕਰਦਾ ਹੈ, ਤੁਸੀਂ ਵੀ ਮਮਾ ਮੈਨੂੰ ਬੜਾ ਹੀ ਤੰਗ ਕਰ ਰਿਹਾ ਹੀ ਉਹ ਨਾ, ਪਤਾ ਨਹੀਂ ਮੇਰੀਆਂ ਲੱਤਾਂ ਨੂੰ ਕੀ ਹੁੰਦਾ।
हौसला रखें, हौसला। पुत्र मामा बड़िया बेवस नहीं दिखे। आपकी बेबसी नजर आ रही है, आपकी तकलीफ जो है ना वो हम समझ सकते पुत्र हैं। मैं तो इन्हों भैना भी समझदी सा, धीयां भी समझदी सा। मेरे पुत्र अल्लाह लै गया तो मैंने ये 3 धीयां अल्लाह दित्तियां, मैं सा मेरे पुत्र ही आ गए ने। उनके घर में कोई माएँ बहनें नहीं है? उनके घर में घर उसकी में 4-5 बहनें नहीं थी? बेटियां ने, उसकी वालदा से 4 बात की? बेटियां ने, उसकी वालदा भी है। अच्छा, हाँ जी वालदा से बात की थी? की माएँ तो माओ का दर्द बेटा जानती 2 है ना? जियां नाल बेटा मैनू आंदा सी पहली दफा मेरा बेटा जो कहता है वो करते रहता है। मैं कहा बेटा साडी तुहाडी कोई दुश्मनी नहीं वीर, ए कौन भाई कह रहे हैं? उसका वालद। मैं कहा भाई तेन मैं अपना भाई समझनी हाँ, अपनी बड़ी सोहनी निभदी भी है भाई, इनू रोक, मैनू बड़ा तंग कर रहा ही। तेरियां बच्चियां जांदियां ने, इन्हां नू मना कर। नहीं पुत्र सिरों पानी लंघ गया। मैं फिर घर बुलाया है, बुला के इत्थे पाया है, इत्थे पा के किनू किनू बुलाया? ਉਹਦੇ ਅੱਬੂ ਨੇ ਬਸ ਮੈਂ ਇੰਜ ਬਹਿ ਕੇ ਥੱਲੇ ਇੰਜ ਹੱਥ ਜੋੜੇ ਨੇ ਤੇ ਇੰਜ ਦਾੜੀ ਹੱਥ ਲਾਇਆ ਹੈ। ਤੂੰ ਮੇਰਾ ਭਰਾ, ਮੈਂ ਬੇਵਸ ਹੋ ਗਈ ਹਾਂ ਤੇ ਤੁਸੀਂ ਮੇਰੇ ਕੋਲ ਨਿਕਾਹ ਲੈ ਲਓ। ਆਂਦਾ ਨਹੀਂ ਅਸੀਂ ਐਵੇਂ ਕਰ ਨਹੀਂ ਸਕਦੇ। ਮੈਂ ਫਿਰ ਆਪਦੇ ਪੁੱਤਰ ਨੂੰ ਰੋਕ ਬੇਟਾ ਇੰਨੀਆਂ ਸੁਣ ਕੇ ਗਿਆ, ਉਹਨੇ ਫਿਰ ਨਹੀਂ ਮਨਾ ਕੀਤਾ। ਬਰੀਰਾ ਕੀ ਕਹਿੰਦੀ ਸੀ? ਮੁਜ਼ੰਮਿਲ ਬਰੀਰਾ ਬੇਟੀ ਕੀ ਕਹਿੰਦੀ ਸੀ? ਬਰੀਰਾ ਕਹਿੰਦੀ ਅੰਮੀ ਮੈਂ ਬੜੀ ਮਜਬੂਰ ਹੋ ਗਈ ਹਾਂ, ਮੈਂ ਜੀ ਨਹੀਂ ਸਕਦੀ। ਮੈਂ ਪੁੱਤਰ ਮੈਨੂੰ ਦੱਸ, ਮੈਂ ਤੇਰੇ ਨਾਲ ਤੋਲ ਕੇ ਪੈਸੇ ਦੇ ਦਿੰਦੀ। ਆ ਪੁੱਤਰ ਅਸੀਂ ਤੇਰੇ ਤੋਂ ਤੋਲ ਕੇ ਪੈਸੇ ਦੇ ਦਿੰਦੇ ਨਹੀਂ ਮੇਰੀਆਂ ਬੱਚੀਆਂ। ਕੀ ਚੀਜ਼ਾਂ ਦਿੱਤੀਆਂ ਸਨ? ਕੀ ਡਿਮਾਂਡ ਕੀਤੀ ਸੀ? ਓਏ ਪੁੱਤਰ ਪੈਸੇ ਮੰਗਦਾ ਸੀ ਬਸ। ਹੁਣ ਕਹਿੰਦਾ ਇਹ ਤੇਰਾ ਵਿਆਹ ਦੀਆਂ ਗੱਡੀਆਂ ਕਿੱਥੋਂ ਲੈ ਕੇ ਤੁਹਾਨੂੰ ਦਿੰਦਾ ਹੈ। कितने पैसे लिए थे? ਪੁੱਤਰ ਗਿਣਨ ਦਾ ਪਤਾ ਹੀ ਕੋਈ ਨਹੀਂ, ਮੈਨੂੰ ਤਾਂ ਜਿਵੇਂ ਦਿੰਦਾ ਸੀ ਕਰਮ ਵਾਲਾ ਮੈਂ ਲਿਆ ਕੇ ਰੱਖ ਦਿੰਦੀ, ਮੇਰੀਆਂ ਬੱਚੀਆਂ ਰੱਖ ਲੈਂਦੀਆਂ ਸੀ। ਮੈਂ ਸਰਾਣਾ ਚੁੱਕ ਤੇ ਥੱਲੇ ਰੱਖ ਦਿੰਦੀ। ਮੈਂ ਉੱਠਦੀ ਤੇ ਸਵੇਰੇ ਵਿੱਚ ਪੈਸੇ ਨਾ ਹੁੰਦੇ ਤੇ ਮੈਂ ਆਂਦੀ ਪਤਾ ਨਹੀਂ ਪੈਸੇ ਕਿੰਨੇ ਚੁੱਕੇ ਨੇ। ਪਹਿਲੇ ਮੈਨੂੰ ਯਕੀਨ ਹੀ ਨਹੀਂ ਆਉਂਦਾ ਸੀ ਵੀ ਮੇਰੇ ਬੱਚੇ ਕਰਦੇ ਨੇ। ਮੈਨੂੰ ਕਾਂਡਿਆਂ ਤੋਂ ਜਾ ਪਤਾ ਚੱਲਣਾ ਸ਼ੁਰੂ ਹੋਇਆ ਹੈ। शक हो गया? ਫਿਰ ਮੈਨੂੰ ਸ਼ੱਕ ਹੋ ਗਿਆ ਵੀ ਇਹ ਮੇਰੀ ਬੇਟੀ ਮਜਬੂਰ ਹੋ ਰਹੀ ਹੈ, ਮੇਰੀ ਬੇਟੀ ਮਜਬੂਰ ਹੋ ਰਹੀ ਹੈ। बेबस माँ जिसकी तकलीफ़ आपके सामने है, इनकी तकलीफ़ मैं लफ्ज़ों में बयान नहीं कर सकती। ये किस दर्द से गुज़र रही हैं, माशरे की नज़रें, माशरे के तल्ख सवालात और किन चीज़ों को ये फेस कर रही हैं, ये माएँ समझ सकती हैं ये दर्द। एक शॉर्ट ब्रेक लेंगे और ब्रेक के बाद मुज़म्मिल बरीरा की बहनों से बात करेंगे, बाकी फैमिली मेम्बर से बात करेंगे। वालदा की कंडीशन ऐसी नहीं कि उनसे मज़ीद सवालात किए जाएं और उनसे, क्योंकि उनकी हालत आप देख सकते हैं कि उनकी हालत इस टाइम क्या है, बेटी के गम में चूर है।